ਸਤਨਾਮ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮਹੇ ਮੇਰਾ ਸਭੋ ਦੁੱਖ ਗਵਾਏ ਜਿਉ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲਿਓ ਜੋ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਸੰਗੀਤ ਅਕੈਡਮੀ ਵਿੱਚ ਗੁਰੂ ਦਰਬਾਰ ਅੰਦਰ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਚੜ੍ਹਦੀ ਕਲਾ ਵਾਲਾ ਜੋ ਜੀਵਨ ਬਤੀਤ ਕੀਤਾ ਹੈ, ਉਹਦੀ ਆਪ ਜੀ ਕਥਾ ਸਰਵਣ ਕਰਦੇ ਹੋ ਸ਼ਾਮ ਦੇ ਸਮੇਂ। ਸੋ ਆਪ ਜੀ ਨੇ ਪਹਿਲਾਂ ਜੋ ਪ੍ਰਸੰਗ ਸਰਵਣ ਕੀਤਾ ਹੈ ਉਹਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਦ ਮੁੱਛਲਾਂ ਵਿੱਚ ਸਰਦਾਰ ਬਹਾਦਰ ਸਰਦਾਰ ਵਿਸਾਖਾ ਸਿੰਘ ਦੇ ਘਰ ਆਏ ਹਨ। ਕੁਝ ਦਿਨ ਇੱਥੇ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਸਮੇਂ ਗੁਰੂ ਘਰ ਜਾ ਕੇ ਕਥਾ ਕੀਰਤਨ ਕਰਦੇ ਹਨ। ਅੰਮ੍ਰਿਤ ਸੰਚਾਰ ਕਰਵਾਇਆ ਹੈ। ਅਨੇਕਾਂ ਪ੍ਰਾਣੀਆਂ ਨੂੰ ਗੁਰੂ ਜਹਾਜ਼ 'ਤੇ ਚੜ੍ਹਾ ਕਰਕੇ ਅੰਮ੍ਰਿਤ ਪਾਨ ਸੰਗਤਾਂ ਨੇ ਕੀਤਾ ਹੈ। ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾਇਆ ਹੈ। ਮਹਾਂਪੁਰਖ ਰਾਤ ਦੇ ਸਮੇਂ ਆ ਕਰਕੇ ਜਿਹਨੂੰ ਬਘਿਆੜਾਂ ਵਾਲਾ ਛੱਪੜ ਕਹਿੰਦੇ ਸਨ, ਜੱਬੋਵਾਲ ਅਤੇ ਮੁਛਲਾਂ ਦੇ ਵਿਚਕਾਰ ਜੇ ਹੈ, ਜੱਬੋਵਾਲ ਦੀ ਹੱਦ ਵਿੱਚ ਸੀ ਇਸ ਪਾਸੇ, ਅਤੇ ਉੱਥੇ ਆ ਕਰਕੇ ਮਹਾਂਪੁਰਖ ਰਾਤ ਦੇ ਸਮੇਂ ਨੀਵੇਂ ਜਿਹੇ ਥਾਂ 'ਤੇ ਬਹਿ ਕੇ ਇਕਾਂਤ ਵਿੱਚ ਜੁੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨੇ। ਇੱਕ ਦਿਨ ਕੋਈ ਮਨੁੱਖ ਪਿੰਡ ਦਾ ਸਰਦਾਰ ਖੁਸ਼ਹਾਲ ਸਿੰਘ ਇੱਧਰ ਆ ਗਿਆ। ਉਹਨੇ ਮਹਾਂਪੁਰਖਾਂ ਨੂੰ ਇੱਥੇ ਬਾਣੀ ਪੜ੍ਹਦਿਆਂ ਵੇਖਿਆ। ਗੁਰਬਾਣੀ ਜਦੋਂ ਸਮਾਪਤੀ ਕੀਤੀ ਤਾਂ ਕਹਿਣ ਲੱਗੇ, ਮਹਾਂਪੁਰਖੋ ਇੱਥੇ ਤੁਹਾਨੂੰ ਇੱਕ ਬਾਗ ਲਵਾ ਦੇਵਾਂਗੇ, ਕੁਝ ਜ਼ਮੀਨ ਦੇ ਦਿਆਂਗੇ, ਅਤੇ ਤੁਸੀਂ ਇੱਥੇ ਹੀ ਕੁੱਲੀ ਬਣਾ ਦਿਆਂਗੇ, ਅਤੇ ਤੁਸੀਂ ਇੱਥੇ ਰਹਿ ਪੋਹਾਂ ਪੱਕਾ ਹੀ। ਅਤੇ ਮਹਾਂਪੁਰਖ ਕਹਿਣ ਲੱਗੇ, ਪ੍ਰੇਮੀਆਂ ਕਿੰਨੀ ਕੁ ਜ਼ਮੀਨ ਦੇ ਦੇਗਾ? ਕਹਿੰਦਾ ਜੀ ਦੇ ਦਾਂਗੇ ਕਿੱਲਾ, ਇਹ ਵਿਗਾ 2 ਵਿਗੇ। ਅਤੇ ਮਹਾਂਪੁਰਖਾਂ ਨੇ ਜੇ ਦੇਣੀ ਮੈਂ ਸਾਰੀ ਦੇ ਦੇ। ਕਹਿੰਦਾ ਚੰਗਾ ਮਹਾਂਪੁਰਖੋ ਸਾਰੀ ਲੈ ਲਿਓ, ਇੱਥੇ ਰਹਿ ਜਾਓ। ਉਹ ਬਚਨ ਕਰ ਗਿਆ ਗੁਰੂ ਕਾ ਪਿਆਰਾ, ਅਤੇ ਫਿਰ ਆਪਣੇ ਘਰ ਨੂੰ ਚਲੇ ਗਿਆ। ਮਹਾਂਪੁਰਖ ਰਾਤ ਵਾਪਸ ਚਲੇ ਗਏ। ਇਸੇ ਤਰ੍ਹਾਂ 2-4 ਦਿਨ ਹੋਰ ਲੰਘੇ। ਸੰਗਤਾਂ ਬਹੁਤੀਆਂ ਆਉਣ ਲੱਗ ਪਈਆਂ ਅਤੇ ਸੰਗਤਾਂ ਨੇ ਮਹਾਂਪੁਰਖਾਂ ਨੂੰ ਸਮਾਂ ਨਾ ਦੇਣਾ ਨਿਤਨੇਮ ਕਰਨ ਦਾ, ਆਪਣਾ ਸਿਮਰਨ ਕਰਨ ਦਾ। ਸਵੇਰੇ ਸ਼ਾਮਾਂ ਨੂੰ ਦੀਵਾਨ ਸਜਾ ਲਿਆ ਕਰਨੇ। ਜਦੋਂ ਇਕਾਂਤ ਵਿੱਚ ਮਹਾਂਪੁਰਖ ਸਿਮਰਨ ਕਰਨਾ ਚਾਹੁੰਦੇ ਸੀਗੇ, ਸੰਗਤਾਂ ਨੇ ਬਹੁਤਾ ਆਉਣਾ ਅਤੇ ਮਹਾਂਪੁਰਖਾਂ ਦੇ ਸਿਮਰਨ ਕਰਨ ਵਿੱਚ ਵਿਘਨ ਪੈਣ ਲੱਗਿਆ। ਉਹ ਇੱਕ ਦਿਨ ਇਹ ਤੋਂ ਹੋਰ ਅੱਗੇ ਆ ਗਏ ਅਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਤਸਰ ਸਾਹਿਬ ਉੱਥੇ ਆ ਗਏ। ਇੱਥੇ ਪਹਿਲਾਂ ਇੱਕ ਸੰਤ ਈਸਰ ਸਿੰਘ ਜੀ ਰਹਿੰਦੇ ਸਨ ਅਤੇ ਉਹਨਾਂ ਨੇ ਛੋਟੀ ਜਿਹੀ ਖੂਹੀ ਬਣਾਈ ਅਤੇ ਇੱਕ ਨਿੱਕੀ ਜਿਹੀ ਕੁੱਲੀ ਪਾਈ ਸੀ, ਉਹਦੇ ਵਿੱਚ ਰਹਿੰਦੇ ਸਨ। ਹੁਣ ਕੁਝ ਦਿਨ ਬਾਅਦ ਕਹਿੰਦੇ ਵੀ ਸੰਤ ਈਸਰ ਸਿੰਘ ਜਿਹੜੇ ਨਿਹੰਗ ਸਿੰਘ ਸੀਗੇ, ਉਹਨਾਂ ਨੇ ਆਪਣੇ ਨਗਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਲਿਆ ਕੇ ਪ੍ਰਕਾਸ਼ ਕੀਤੇ ਹੋਏ ਸਨ, ਜਿਹੜੀ ਉਹ ਕੱਚੀ ਕੋਠੜੀ ਬਣਾਈ ਉਹਦੇ ਵਿੱਚ, ਅਤੇ ਸ੍ਰੀ ਸਹਿਜ ਪਾਠ ਦੇ ਜਾਪ ਕੀਤੇ। ਭੋਗ ਪਾਉਣ 'ਤੇ ਪਿੰਡ ਵਾਲਿਆਂ ਨੂੰ ਸੱਦਿਆ ਅਤੇ ਗੁਰੂ ਕੇ ਲੰਗਰ ਵੀ ਸਜਾਏ। ਪਰ ਸੰਗਤ ਥੋੜ੍ਹੀ ਆਈ, ਪਿੰਡ ਦੇ ਥੋੜ੍ਹੇ ਜਿਹੇ ਬੰਦੇ ਆਏ, ਬਹੁਤੇ ਨਾ ਆਏ। ਅਤੇ ਸਰਦਾਰ ਸੁੰਦਰ ਸਿੰਘ ਸ਼ਾਹ ਕਹਿਣ ਲੱਗੇ, ਆਂਦੇ ਬਾਬਾ ਜੀ ਆਹ ਕਿਤੇ ਭੋਗ ਪਿੰਡ ਪਾਉਂਦੇ ਹੋ ਗੁਰਬਾਣੀ ਪੜ੍ਹ ਕੇ, ਅਤੇ ਭੋਗ ਪਿੰਡ ਪਾ ਲੈਂਦੇ ਹੋ ਤਾਂ ਸਾਰੀ ਸੰਗਤ ਇਕੱਠੀ ਹੋ ਜਾਣੀ ਸੀ।
ਤੇ ਨਾਲੇ ਗੁਰੂ ਕੇ ਲੰਗਰ ਵੀ ਵਧੇਰੇ ਚੱਲਣੇ ਸੀਗੇ। ਮਹਾਂਪੁਰਖਾਂ ਕਿਹਾ ਸਮਾਂ ਆਵੇਗਾ ਇੱਥੇ ਲੰਗਰ ਵੀ ਚੱਲਣਗੇ, ਇੱਥੇ ਦੀਵਾਨ ਵੀ ਸੱਜਣਗੇ, ਰਾਗੀ ਢਾਡੀ ਵੀ ਆਇਆ ਕਰਨਗੇ, ਇੱਥੇ ਦਿਨੇ ਰਾਤ ਸਿਮਰਨ ਹੋਇਆ ਕਰੇਗਾ, ਇੱਥੇ ਬਹੁਤ ਰੌਣਕ ਮੇਲੇ ਹੋਣਗੇ। ਤੇ ਸਾਰੇ ਪਿੰਡ ਵਾਲੇ ਜਿਹੜੇ ਹੱਸਣ ਲੱਗ ਪਏ ਜਿੰਨੇ ਕੁ ਆਏ ਸੀਗੇ। ਕਹਿੰਦੇ ਬਾਬਾ ਸੁੱਖਾ ਪੀਂਦਾ ਸੁੱਖੇ ਦੇ ਲੋਰ 'ਚ ਹੀ ਕਹੀ ਜਾਂਦਾ ਏ। ਸੋ ਇੱਦਾਂ ਉਹ ਬਚਨ ਹੁਣ ਸੱਚੇ ਹੋਣ ਦਾ ਸਮਾਂ ਆ ਗਿਆ। ਮਹਾਂਪੁਰਖ ਸੰਤ ਬਾਬਾ ਗੁਰਬਖਸ਼ ਸਿੰਘ ਜੀ ਇੱਥੇ ਆ ਕਰਕੇ ਬੈਠ ਗਏ, ਜਿੱਥੇ ਇੱਕ ਬੰਨੇ ਝਾੜੀਆਂ ਸੀ ਅਤੇ ਇੱਕ ਬੰਨੇ ਧੋੜਾ, ਇੱਕ ਬੰਨੇ ਟੋਇਆ ਏ। ਜਿੱਥੇ ਅੱਜ ਕੱਲ੍ਹ ਸਟੇਜ ਲੱਗਦੀ ਹੈ ਨਾ ਜੋੜ ਮੇਲੇ, ਤੇ ਇੱਧਰਲੇ ਬੰਨੇ ਟੋਇਆ ਸੀ, ਇਹਦੇ ਗਾਲਲੇ ਬੰਨੇ ਪਿੱਪਲ ਹੈ। ਪਿੱਪਲ ਲਾਗੇ ਜਿੱਥੇ ਸੰਤ ਈਸਰ ਸਿੰਘ ਜੀ ਨੇ ਖੂਹੀ ਪੁੱਟੀ ਹੋਈ ਸੀ। ਸੰਤ ਈਸਰ ਸਿੰਘ ਜਦੋਂ ਚੜ੍ਹਾਈ ਕਰ ਗਏ ਨਾ, ਉਹ ਗੁਰਪੁਰੀ ਚਲੇ ਗਏ ਅਤੇ ਉਹ ਖੂਹੀ ਵੀ ਪੂਰੀ ਗਈ, ਉਹ ਉਹਨਾਂ ਦੀ ਕੋਠੜੀ ਵੀ ਡਿੱਗ ਪਈ। ਉਹਦੇ ਸੰਤ ਮਹਾਂਪੁਰਖ ਆ ਕੇ ਬਹਿ ਗਏ। ਇੱਥੇ ਪਿੱਛੇ ਜਦੋਂ ਕੁਝ ਦਿਨ ਇਕਾਂਤ ਵਿੱਚ ਸਿਮਰਨ ਕੀਤਾ, ਅਤੇ ਇੱਕ ਪਿੰਡ ਦੇ ਪ੍ਰੇਮੀ ਜਿਹੜੇ ਸੀਗੇ, ਅਜੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ, ਅਜੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਵੀ ਮਹਾਂਪੁਰਖ ਇੱਥੇ ਆ ਕੇ ਤਪ ਕਰ ਰਹੇ ਆ, ਇੱਥੇ ਆ ਕੇ ਸਿਮਰਨ ਕਰ ਰਹੇ ਆ। ਜਿਉਂ ਸਿਮਰਨ ਕਰਨ ਵਿੱਚ ਇੱਥੇ ਮਹਾਂਪੁਰਖਾਂ ਦੀ ਲਿਵ ਲੱਗੀ ਹੈ, ਕਈ ਦਿਨ ਲੰਘ ਗਏ ਨੇ। ਹੁਣ ਕੈਪਟਨ ਫੌਜਾ ਸਿੰਘ ਜੀ ਸੀ ਆਪਣੇ ਜੱਬੋਵਾਲ ਦੇ ਹੀ, ਉਹ ਇੱਧਰ ਆਏ। ਉਹਨਾਂ ਨੇ ਉਜਾੜ ਵਿੱਚ ਸੰਤਾਂ ਨੂੰ ਬੈਠੇ ਵੇਖਿਆ, ਅਤੇ ਉਹਨਾਂ ਆਉਂਦਿਆਂ ਸਾਰੀ ਮਹਾਂਪੁਰਖਾਂ ਨੂੰ ਫਤਿਹ ਗਜਾਈ। ਬੰਦੂਕ ਵਿੱਚੋਂ 5 ਵਾਰ ਉਹਨਾਂ ਫੈਰ ਕੀਤੇ ਤਾਂ ਨੂੰ। ਸੋ ਆਵਾਜ਼ ਸੁਣ ਕੇ ਲੋਕ ਦੌੜਦੇ ਆਏ ਵੀ ਇੱਧਰ ਨੂੰ ਕੀ ਹੋਇਆ। ਨਗਰ ਵਾਲੇ ਲੋਕ ਇੱਧਰ ਨੂੰ ਆਏ ਦੌੜ ਕੇ, ਜਾਂ ਅੱਗੇ ਆ ਕੇ ਸੰਤਾਂ ਦੇ ਦਰਸ਼ਨ ਹੋਏ। ਉੱਧਰੋਂ ਜਿਹੜਾ ਸਰਦਾਰ ਕਰਮ ਸਿੰਘ ਸੀ, ਉਹਦਾ ਇੱਕ ਭਾਣਜਾ ਅਤੇ ਉਹਦੀ ਭੈਣ ਬੀਬੀ ਜੱਸੋ, ਇਹ ਸ੍ਰੀ ਬਾਬੇ ਬਕਾਲੇ ਸਾਹਿਬ ਆਏ ਸੀ। ਉਹ ਤੋਂ ਕੜਾਹ ਪ੍ਰਸ਼ਾਦ ਦੀ ਵਲਟੋਈ ਲੈ ਕੇ ਉਹ ਵੀ ਇੱਧਰ ਨੂੰ ਮਹਾਂਪੁਰਖਾਂ ਦਾ ਪਤਾ ਲੱਗਾ, ਅਤੇ ਉਹ ਵੀ ਇੱਧਰ ਨੂੰ ਆ ਗਏ। ਸੋ ਇੱਕ ਹੋਰ ਸੀ ਬਾਬਾ ਲਹਿਣਾ ਸਿੰਘ ਜੀ, ਉਹਨਾਂ ਨੇ ਵੀ ਇੱਕ ਦਮੜਾ ਰੱਖ ਕੇ ਮੱਥਾ ਟੇਕਿਆ ਅਤੇ ਆਖਿਆ ਇਹਦਾ ਵੀ ਪ੍ਰਸ਼ਾਦ ਮੰਗਾ ਕੇ ਵੰਡ ਦਿਓ। ਅਤੇ ਮਹਾਂਪੁਰਖਾਂ ਦੇ ਨਾਲ ਕਪੂਰ ਸਿੰਘ ਸੀ ਇੱਕ ਪ੍ਰੇਮੀ, ਉਹਨੂੰ ਕਿਹਾ ਲੈ ਪ੍ਰਸ਼ਾਦ ਲਿਆ ਕੇ ਪਿੰਡੋਂ ਇਹ ਵੀ ਵੰਡ ਦੇ। ਅਤੇ ਲਹਿਣਾ ਸਿੰਘ ਜੀ ਕਹਿਣ ਲੱਗੇ, ਜਿਹੜੇ ਬਾਬਾ ਲਹਿਣਾ ਸਿੰਘ ਸੀ ਨਾ, ਉਹ ਕਹਿਣ ਲੱਗੇ ਵੀ ਮੇਰਾ ਸੰਕਲਪ ਇੱਥੇ ਖੂਹੀ ਲਵਾਵਾਂ, ਇੱਕ ਧਰਮ ਅਰਥ ਵਾਸਤੇ ਮੈਂ ਖੂਹੀ ਲਵਾਉਣੀ ਚਾਹੁੰਦਾ, ਭਾਵੇਂ 200-400 ਰੁਪਈਆ ਖਰਚ ਹੋ ਜਾਵੇ ਮੇਰਾ। ਅਤੇ ਇਹਨਾਂ ਕਹਿ ਕੇ ਤਾਂ ਕਹਿਣ ਲੱਗੇ ਬਾਹਰਲੀ ਖੂਹੀ ਜਿਹੜੀ ਨਾ ਉਹ ਆਬਾਦ ਨਹੀਂ ਰਹਿ ਸਕਦੀ, ਲੱਜ ਲੋਟਾ ਲੋਕ ਖੋਲ੍ਹ ਕੇ ਲੈ ਜਾਂਦੇ ਆ, ਇੱਟਾਂ ਵੀ ਪੁੱਟ ਦਿੰਦੇ, ਖੂਹੀ 'ਚ ਸੁੱਟ ਦਿੰਦੇ ਆ। ਅਤੇ ਸੰਤਾਂ ਦੇ ਨਾਲ ਨਾ ਇੱਕ ਕੰਨ ਪਾਟਾ ਜੋਗੀ ਸੀ ਉਸ ਵੇਲੇ, ਉਹਦਾ ਨਾਂ ਸੀ ਗੁੱਗਲਨਾਥ। ਇਹ ਕਹਿਣ ਲੱਗਾ ਸੰਤ ਜੀ ਇੱਥੇ ਰਿਹਾ ਕਰਨਗੇ, ਆਪਾਂ ਖੂਹੀ ਇੱਥੇ ਲਵਾ ਦਿੰਦੇ ਹਾਂ। ਅਤੇ ਸੰਤ ਜੀ ਨੇ ਕਹਿਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਨਹੀਂ, ਅਸੀਂ ਨਹੀਂ ਰਹਿਣਾ, ਸਾਡਾ ਤਾਂ ਦੁਆਬੇ 'ਚ ਘੜਿਆਲ ਵਿੱਚ ਅਸਥਾਨ ਹੈ, ਉੱਥੇ ਕੁਟੀਆ ਅੱਗੇ ਪਾਈ ਹੋਈ, ਅਸੀਂ ਕਦੀ ਉੱਥੇ ਟਿਕਦੇ, ਕਦੀ ਸ਼ਿਮਲੇ ਚਲੇ ਜਾਂਦੇ ਹਾਂ। ਬਹੁਤਿਆਂ ਥਾਵਾਂ 'ਤੇ ਰਹਿ ਕੇ ਜਿਹੜੀ ਮਨ ਬਿਰਤੀ ਉਹ ਖਿੰਡ ਜਾਂਦੀ ਹੈ। ਇਹ ਕਿਹਾ ਨਾ ਵੀ ਨਹੀਂ। ਅਤੇ ਉਹ ਜਿਹੜਾ ਕੰਨ ਪਾਟਾ ਜੋਗੀ ਸੀ ਉਹ ਕਹਿਣ ਲੱਗਾ ਮਹਾਂਪੁਰਖੋ ਮੈਂ ਰਹਿ ਪਿਆ ਕਰੂੰਗਾ, ਖੂਹੀ ਲਵਾ ਦਿਓ। ਅਤੇ ਸੰਤ ਜੀ ਕਹਿਣ ਲੱਗੇ ਠੀਕ ਹੈ। ਸੋ ਆਪਣੇ ਨਗਰ ਦੇ ਸੀ ਜੱਬੋਵਾਲ ਦੇ ਜਥੇਦਾਰ ਕਰਤਾਰ ਸਿੰਘ ਜੀ, ਜੋ ਗਿਆਨੀ ਸਨ, ਅਤੇ ਉਹ ਮਹਾਂਪੁਰਖਾਂ ਦੇ ਨਾਲ ਜਥੇ ਵਿੱਚ ਰਹੇ ਸੀ। ਜਦੋਂ ਜੈਤੋ ਗਏ ਆ, ਜੈਤੋ ਵਾਲੇ ਜਥੇ 'ਚ ਉਹ ਵੀ ਗਏ ਸਨ, ਉੱਥੇ ਮਹਾਂਪੁਰਖਾਂ ਦੇ ਦਰਸ਼ਨ ਹੋਏ ਸੀ, ਉਹਨਾਂ ਨੂੰ ਪਹਿਲੀ ਵਾਰ ਮਿਲੇ। ਹੁਣ ਉਹ ਜਾਣਦੇ ਸੀ ਸੰਤਾਂ ਨੂੰ, ਉੱਥੇ ਨਾਲ ਰਹੇ ਸੀ ਕੁਝ ਸਮਾਂ, ਉਹ ਵੀ ਆ ਗਏ, ਸੰਤਾਂ ਨੂੰ ਪਛਾਣ ਲਿਆ, ਸੰਤਾਂ ਨੇ ਵੀ ਜਾਣ ਲਿਆ। ਉਹਨਾਂ ਨੇ ਅਰਦਾਸਾ ਕੀਤਾ, ਅਤੇ ਉਸ ਸਮੇਂ ਅਰਦਾਸਾ ਕਰਕੇ ਇਹ ਮਹੂਰਤ ਹੋ ਗਿਆ ਜੀ ਗੁਰਦੁਆਰੇ ਸਾਹਿਬ ਦਾ, ਸੰਤਸਰ ਸਾਹਿਬ ਦਾ, ਉਦੋਂ ਪਹਿਲੀ ਵਾਰੀ ਵੀ ਖੂਹੀ ਦਾ ਟੱਕ ਜਿਹੜਾ ਉਹ ਲੱਗ ਗਿਆ, ਖੂਹੀ ਦਾ ਕੰਮ ਸ਼ੁਰੂ ਹੋ ਗਿਆ। ਸੋ ਹੁਣ ਇੱਥੇ ਪ੍ਰੇਮੀ ਆਉਂਦੇ ਆ, ਗੁੱਗਲਨਾਥ ਜਿਹੜਾ ਜੋਗੀ ਉਹ ਵੀ ਇੱਥੇ ਰਹਿਣ ਲੱਗ ਪਿਆ, ਅਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ ਇੱਥੇ ਰਹਿਣਾ ਮੰਨ ਲਿਆ ਵੀ ਚੱਲ ਜਿੰਨਾ ਕੁ ਚਿਰ ਖੂਹੀ ਲੱਗਦੀ ਉਹਨਾਂ ਕੁ ਚਿਰ ਅਸੀਂ ਰਵਾਂਗੇ, ਬਾਅਦ ਵਿੱਚ ਅਸੀਂ ਚਲੇ ਜਾਵਾਂਗੇ। ਹੁਣ ਖੂਹੀ ਪੁੱਟਣ ਦਾ ਕੰਮ ਸ਼ੁਰੂ ਹੋ ਗਿਆ ਏ। ਖੂਹੀ ਪੁੱਟਣ ਦਾ ਕੰਮ ਚੱਲ ਰਿਹਾ ਸੀਗਾ, ਅਤੇ ਨਗਰ ਤੋਂ ਸੰਗਤਾਂ ਪ੍ਰਸ਼ਾਦਾ ਲੈ ਕੇ ਆਉਂਦੀਆਂ ਸੀ ਤਿਆਰ ਕਰਕੇ। ਮਹਾਂਪੁਰਖਾਂ ਨੇ ਚੁੱਲ੍ਹਾ ਵੀ ਨਹੀਂ ਬਣਾਉਣ ਦਿੱਤਾ ਵੀ ਅਸੀਂ ਪੱਕਾ ਨਹੀਂ ਰਹਿਣਾ ਇੱਥੇ।
ਤੇ ਨਾ ਹੀ ਕੋਈ ਤੰਬੂ ਹੀ ਲਾਇਆ, ਅਜੇ ਕੋਈ ਕੋਠੜੀ ਵੀ ਨਾ ਪਾਉਣ ਤੀ, ਤੰਬੂ ਹੀ ਲਾਇਆ ਇਕੱਲਾ ਵੀ ਇੱਥੇ ਕੁਝ ਬਣਾਉਣਾ ਵੀ ਨਹੀਂ ਹੈ, ਨਹੀਂ ਤੇ ਇਹ ਪਿੰਡ ਵਾਲੇ ਪੱਕਾ ਰੱਖਣਗੇ ਸਾਨੂੰ ਫਿਰ ਇੱਥੇ। ਤੇ ਮਹਾਂਪੁਰਖਾਂ ਨੇ ਗੁਰਦੁਆਰਾ ਸਾਹਿਬ ਨਗਰ ਵਿੱਚ ਜਾ ਕੇ ਦਰਸ਼ਨ ਕਰ ਆਇਆ ਕਰਨੇ, ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੱਬੋਵਾਲ ਨਗਰ 'ਚ ਜਾ ਕੇ ਸਵੇਰੇ ਸ਼ਾਮਾਂ ਨੂੰ। ਤੇ ਫਿਰ ਇੱਥੇ ਐਤਵਾਰ ਸ਼ਾਮ ਨੂੰ ਦੀਵਾਨ ਸਜਾਇਆ ਕਰਨਾ। ਸੰਗਤਾਂ ਦਾ ਪ੍ਰੇਮ ਬਣ ਗਿਆ। ਸੰਗਤਾਂ ਹੁਣ ਕਹਿਣ ਵੀ ਮਹਾਂਪੁਰਖ ਪੱਕੇ ਹੀ ਰਹਿਣ, ਇੱਥੇ ਜਾਣ ਹੀ ਨਾ। ਖੂਹੀ ਦਾ ਕੰਮ ਚੱਲ ਰਿਹਾ ਏ। ਸੋ ਇੱਕ ਇੱਥੇ ਕੁਟੀਆ ਲਾਗੇ ਹੋਰ ਬਣਾਤੀ ਵੀ ਕੋਈ ਆਉਣ ਜਾਣ ਵਾਲਾ ਰਹਿ ਜਾਂਦਾ। ਸੰਗਤਾਂ ਇੱਥੇ ਵੀ ਆਉਣ ਲੱਗ ਪਈਆਂ ਮਹਾਂਪੁਰਖਾਂ ਦਾ ਪਤਾ ਲੱਗਣ 'ਤੇ। ਹੁਣ ਜਦੋਂ ਲੱਗਾ ਘੜਿਆਲ ਵਾਲਿਆਂ ਨੂੰ ਪਤਾ, ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕੀਤਾ। ਗੁਰਮਤਾ ਉਹਨਾਂ ਨੇ ਸੋਧਿਆ। ਉੱਥੋਂ ਦੇ ਸੱਜਣ ਸੰਤ ਭਾਗ ਸਿੰਘ ਡਰੋਲੀ, ਗਿਆਨੀ ਬਿਸ਼ਨ ਸਿੰਘ ਘੜਿਆਲ ਵਾਲੇ, ਹੌਲਦਾਰ ਨਾਹਰ ਸਿੰਘ ਦਿਆਨਤਪੁਰ, ਸੂਬੇਦਾਰ ਠਾਕੁਰ ਸਿੰਘ, ਸਾਰੇ ਉੱਥੋਂ ਅਰਦਾਸ ਬੇਨਤੀ ਕਰਕੇ ਤੇ ਸਲਾਹ ਕਰਕੇ ਤੇ ਇਹ ਆ ਗਏ ਜੱਬੋਵਾਲ। ਇਹਨਾਂ ਸਲਾਹ ਕੀਤੀ ਮਹਾਂਪੁਰਖਾਂ ਨੂੰ, ਕਹਿੰਦੇ ਮਹਾਂਪੁਰਖੋ ਆ ਕੇ ਜਦੋਂ ਫਤਿਹ ਗਜਾਈ ਤੇ ਮਹਾਂਪੁਰਖ ਕਹਿੰਦੇ ਕੀ ਛਕੋਗੇ? ਆਂਦੇ ਛਕਾਂਗੇ ਜੋ ਛਕਾਓਗੇ, ਪਰ ਛਕਾਂਗੇ ਤਾਂ ਜੇ ਨਾਲ ਘੜਿਆਲ ਜਾਣਾ ਮੰਨ ਲਵੋ ਜਲੰਧਰ। ਸੋ ਮਹਾਂਪੁਰਖ ਕਹਿਣ ਲੱਗੇ ਪਹਿਲਾਂ ਕੁਝ ਛਕ ਲਓ। ਕਹਿੰਦੇ ਨਹੀਂ, ਉਹਨਾਂ ਚਿਰ ਇੱਥੇ ਹੀ ਰਹਿਣਾ, ਛਕਣਾ ਵੀ ਕੁਝ ਨਹੀਂ, ਭੁੱਖੇ ਹੀ ਰਹਿਣਾ ਜਿੰਨਾ ਚਿਰ ਤੁਸੀਂ ਨਾਲ ਜਾਣਾ ਨਹੀਂ ਮੰਨਦੇ। ਮਹਾਂਪੁਰਖਾਂ ਨੂੰ ਪਤਾ ਸੀ ਇਹ ਬੜੇ ਪ੍ਰੇਮੀ ਆ। ਤੇ ਮਹਾਂਪੁਰਖਾਂ ਸੋਚਿਆ ਵੀ ਤੁਰ ਕੇ ਆਏ ਆ ਤੇ ਜਲ ਵੀ ਨਹੀਂ ਛਕਦੇ। ਹੁਣ ਟਾਂਗਰਿਓਂ ਰੇਤਾ ਥਾਣੀ ਤੁਰ ਕੇ ਆਏ ਸੀ, ਕਿਹੜੀਆਂ ਪੱਕੀਆਂ ਸੜਕਾਂ ਸੀ ਉਦੋਂ। ਤੇ ਉਸ ਵੇਲੇ ਕੀ ਹੋਇਆ, ਮਹਾਂਪੁਰਖਾਂ ਨੇ ਹਾਂ ਕਰ ਦਿੱਤੀ ਹੈ ਵੀ ਪ੍ਰਸ਼ਾਦਾ ਪਾਣੀ ਛਕੋ, ਤੁਹਾਡੇ ਨਾਲ ਚੱਲਾਂਗੇ। ਫਿਰ ਉਹਨਾਂ ਪ੍ਰਸ਼ਾਦਾ ਪਾਣੀ ਛਕਿਆ ਤੇ ਮਹਾਂਪੁਰਖ ਉਹਨਾਂ ਦੇ ਨਾਲ ਤੁਰ ਪਏ। ਨਗਰ ਵਾਲਿਆਂ ਨੇ, ਰਾਹਪੁਰ ਮੁੱਛਲਾਂ ਵਾਲਿਆਂ, ਜੱਬੋਵਾਲ ਵਾਲਿਆਂ ਬੜਾ ਰੋਕਿਆ, ਮਹਾਂਪੁਰਖੋ ਖੂਹੀ ਦਾ ਕੰਮ ਹੀ ਮੁਕੰਮਲ ਹੋ ਲੈਣ ਦਿਓ, ਉਹਨਾਂ ਚਿਰ ਰਹੋ। ਮਹਾਂਪੁਰਖ ਕਹਿੰਦੇ ਕੋਈ ਨਹੀਂ, ਫਿਰ ਆਵਾਂਗੇ। ਇਹ ਕਹਿ ਕੇ ਚਲੇ ਗਏ। ਇੱਥੋਂ ਤੱਕ ਦਾ ਅੱਗੇ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ। ਹੁਣ ਅਗਲਾ ਜਿਹੜਾ ਪ੍ਰਸੰਗ ਜਿਹੜਾ ਉਹ ਆਰੰਭ ਹੋ ਰਿਹਾ ਹੈ, ਉਹ ਸਰਵਣ ਕਰੋ। ਮਹਾਂਪੁਰਖ ਘੜਿਆਲ ਨਗਰ ਦੇ ਵਿੱਚ ਜਲੰਧਰ ਚਲੇ ਗਏ। ਅਜੇ ਥੋੜ੍ਹੇ ਦਿਨ ਬੀਤੇ, ਕੁਝ ਦਿਨ ਉੱਥੇ ਮਹਾਂਪੁਰਖ ਰਹੇ। ਇੱਧਰ ਜੱਬੋਵਾਲ ਦੇ ਵਿੱਚ ਸਲਾਹਾਂ ਹੋਣ ਲੱਗ ਪਈਆਂ ਕਿ ਮਹਾਂਪੁਰਖਾਂ ਨੂੰ ਘੜਿਆਲ ਵਾਲੇ ਲੈ ਗਏ ਆ, ਆਪਾਂ ਉਹਨਾਂ ਨੂੰ ਵਾਪਸ ਲੈ ਕੇ ਆਈਏ। ਇੱਧਰ ਨਗਰ ਦੀਆਂ ਸੰਗਤਾਂ ਦਾ ਜੀ ਨਾ ਲੱਗੇ ਕਿ ਬੜੀਆਂ ਰੌਣਕਾਂ ਲਾਈਆਂ ਸੀ ਮਹਾਂਪੁਰਖਾਂ ਨੇ। ਤੇ ਮਹਾਂਪੁਰਖ ਬੜਾ ਪ੍ਰੇਮ ਕਰਦੇ ਸੀ ਸਾਰਿਆਂ ਦੇ ਨਾਲ, ਬੜੇ ਪ੍ਰੇਮੀ ਸਨ। ਤੇ ਹੁਣ ਸਾਰਿਆਂ ਦਾ ਮਨ ਕਰਦਾ ਵੀ ਮਹਾਂਪੁਰਖ ਇੱਥੇ ਵਾਪਸ ਆ ਜਾਣ। ਸੋ ਹੁਣ ਇੱਧਰ ਜੱਬੋਵਾਲ ਵਾਲਿਆਂ ਨੇ ਤਿਆਰੀ ਕੀਤੀ ਹੈ ਕਿ ਮਹਾਂਪੁਰਖਾਂ ਨੂੰ ਵਾਪਸ ਲੈ ਕੇ ਆਈਏ। ਹੁਣ ਜੱਬੋਵਾਲ ਦੇ ਵੀ 4 ਜਣੇ ਤਿਆਰ ਹੋਏ। ਇਹ ਪ੍ਰੇਮੀ ਸੀ ਸਰਦਾਰ ਲਾਭ ਸਿੰਘ ਜੀ, ਸਰਦਾਰ ਮੁੱਛੜ ਸਿੰਘ, ਸਰਦਾਰ ਪਾਲ ਸਿੰਘ ਤੇ ਸਰਦਾਰ ਮੂੜਾ ਸਿੰਘ। ਇਹ ਚਾਰੋਂ ਸੱਜਣ ਜਿਹੜੇ ਸੰਤ ਜੀ ਨੂੰ ਲੈਣ ਵਾਸਤੇ ਤੁਰ ਪਏ ਘੜਿਆਲ। ਇਹਨਾਂ ਵਿੱਚ ਜ਼ਿਆਦਾ ਪਰਿਵਾਰ ਜਿਹੜੇ ਆ ਨਾ ਉਹ ਮਿਸਤਰੀਆਂ ਦੇ ਮਹਾਂਪੁਰਖਾਂ ਦੇ ਨਾਲ ਪ੍ਰੇਮੀ ਸਨ। ਸੋ ਇਹ ਕੁਝ ਨਾਮ ਜਿਹੜੇ ਨਾ ਮਿਸਤਰੀ ਸਿੰਘ ਜਿਹੜੇ ਉਹਨਾਂ ਦੇ ਨਾਮ ਨਾਲ ਰਲਦੇ ਆ। ਸੋ ਹੁਣ ਜੋ ਆਪਣੇ ਨਗਰ ਦੇ ਨਾ ਫੋਰਮੈਨ ਸਲਵਿੰਦਰ ਸਿੰਘ ਸੀ, ਉਹਨਾਂ ਦੇ ਚਾਚੇ ਤਾਇਆ ਚੋਂ ਇਹਨਾਂ ਦੇ ਵਿੱਚੋਂ ਜਿਹੜੇ ਨਾਂ ਦਾਦਿਆਂ ਬਾਬਿਆਂ ਦੇ, ਇਹਨਾਂ ਦੇ ਵਿੱਚੋਂ ਕੁਝ ਪਰਿਵਾਰਾਂ ਦੇ ਵਿੱਚੋਂ ਨਾਂ ਰਲਦੇ ਇਹਨਾਂ ਦੇ ਨਾਲ। ਸੋ ਹੁਣ ਇਹ ਜਿਹੜੇ ਗਏ ਨਾ 4 ਜਾਣੇ, ਇਹ ਪਹੁੰਚੇ ਪਿੰਡ ਘੜਿਆਲ। ਘੜਿਆਲ ਚਲੇ ਗਏ। ਜਾਂ ਮਹਾਂਪੁਰਖਾਂ ਨੂੰ ਫਤਿਹ ਗਜਾਈ ਇਹਨਾਂ ਨੇ ਵੀ, ਮਹਾਂਪੁਰਖੋ ਵੀ ਸਾਡਾ ਨਹੀਂ ਜੀ ਲੱਗਦਾ, ਨਗਰ ਨਿਵਾਸੀ ਚਾਹੁੰਦੇ ਤੁਸੀਂ ਵਾਪਸ ਆ ਜਾਓ, ਆਓ ਖੂਹੀ ਦਾ ਕੰਮ ਚੱਲ ਰਿਹਾ ਏ, ਵਾਪਸ ਚੱਲੋ ਸਾਡੇ ਨਾਲ। ਮਹਾਂਪੁਰਖਾਂ ਦੇ ਅੱਗੇ ਜਾ ਕੇ ਇਹਨਾਂ ਨੇ ਬੇਨਤੀਆਂ ਕੀਤੀਆਂ। ਇਹਨਾਂ ਹੱਥ ਜੋੜੇ ਮਹਾਂਪੁਰਖਾਂ ਅੱਗੇ, ਮਹਾਂਪੁਰਖੋ ਅਸੀਂ ਲੈਣ ਆਏ ਆਪ ਜੀ ਨੂੰ। ਬਹੁਤਾ ਪਿਆਰ ਦੇ ਵਿੱਚ ਭਿੱਜ ਕੇ ਇਹਨਾਂ ਨੇ ਆਖਿਆ ਵੀ ਮਹਾਂਪੁਰਖੋ ਤੁਹਾਨੂੰ ਨਾਲ ਲੈਣ ਵਾਸਤੇ ਕਿਰਪਾ ਕਰੋ, ਬੇਨਤੀ ਪ੍ਰਵਾਨ ਕਰੋ। ਤੇ ਉਸ ਭਗਵਾਨ ਦੇ ਸੇਵਕ ਸੀ ਸੰਤ ਬਾਬਾ ਗੁਰਬਖਸ਼ ਸਿੰਘ ਜੀ, ਜੋ ਭਗਵਾਨ ਭਗਤਾਂ ਦੇ ਵਸ ਹੁੰਦਾ ਏ। ਤੇ ਉਸੇ ਭਗਵਾਨ ਦੇ ਭਗਤ ਸੀ। ਹੁਣ ਕੋਮਲ ਸੁਭਾਅ ਵਾਲੇ, ਕੋਮਲ ਦਿਲ ਵਾਲੇ ਗੁਰਸਿੱਖ ਸੀਗੇ। ਤੇ ਕਹਿੰਦੇ ਠੀਕ ਹੈ ਗੁਰਮੁਖੋ, ਜੇ ਤੁਸੀਂ ਪ੍ਰੇਮ ਨਾਲ ਲੈਣ ਆਏ ਹੋ ਅਸੀਂ ਤੁਹਾਡੇ ਨਾਲ ਜ਼ਰੂਰ ਜਾਵਾਂਗੇ। ਪਰ ਇਹ ਗੱਲ ਹੈ ਵੀ ਜਿਹੜੇ ਪਿੰਡ ਘੜਿਆਲ ਵਾਲੇ ਆ ਨਾ,
ਸੋ ਇਹਨਾਂ ਤੋਂ ਲੜ ਛਡਾਉਣਾ ਬੜਾ ਔਖਾ ਹੈ, ਇਹਨਾਂ ਨੇ ਜਾਣ ਨਹੀਂ ਦੇਣਾ। ਸੋ ਇਸ ਕਰਕੇ ਕਿਉਂਕਿ ਇਹ ਵੀ ਬੜੇ ਪ੍ਰੇਮੀ, ਇਹਨਾਂ ਸਾਨੂੰ ਜਾਣ ਨਹੀਂ ਦੇਣਾ ਤੋਂ ਘੜਿਆਲ ਤੋਂ, ਪਰ ਤੁਸੀਂ ਵੀ ਲੈਣ ਆਏ ਹੋ, ਜਾਣਾ ਤੁਹਾਡੇ ਨਾਲ ਵੀ ਹੈ। ਸੋ ਹੁਣ ਮਹਾਂਪੁਰਖ ਬਿਨਾਂ ਕਿਸੇ ਨੂੰ ਦੱਸੇ ਚੋਰੀ ਛੁਪੇ ਹੀ ਉੱਥੋਂ ਇਹਨਾਂ ਦੇ ਨਾਲ ਤੁਰ ਪਏ। ਇਹਨਾਂ ਨੂੰ ਤੋਰ ਕੇ ਤੇ ਨਾਲ ਚੋਰੀ ਉੱਥੋਂ, ਦੱਸਿਆ ਨਹੀਂ ਕਿਸੇ ਨੂੰ ਘੜਿਆਲ ਵਿੱਚ ਵੀ ਅਸੀਂ ਚੱਲੇ ਹਾਂ, ਚੁੱਪ ਚਪੀਤੇ ਹੀ ਉੱਥੋਂ ਨਾਲ ਤੁਰ ਪਏ। ਅਤੇ ਇੱਧਰ ਉਹਨਾਂ ਦੇ ਨਾਲ ਚੱਲ ਕੇ ਫਿਰ ਇੱਥੇ ਜਿੱਥੇ ਗੁਰਦੁਆਰਾ ਸੰਤਸਾਰ ਸਾਹਿਬ ਹੈ, ਦੁਬਾਰਾ ਫਿਰ ਇੱਥੇ ਕੁਝ ਸਮੇਂ ਬਾਅਦ ਫਿਰ ਇੱਥੇ ਆ ਗਏ। ਕੁਝ ਦਿਨ ਉੱਥੇ ਬਤੀਤ ਕੀਤੇ, ਥੋੜ੍ਹੇ ਸਮੇਂ ਦੇ ਵਿੱਚ ਹੀ ਫਿਰ ਇਹ ਚਾਰ ਜਿਹੜੇ ਪ੍ਰੇਮੀ ਗਏ ਅਤੇ ਮਹਾਂਪੁਰਖਾਂ ਨੂੰ ਇਹ ਨਾਲ ਲੈ ਕੇ ਸਰਦਾਰ ਲਾਭ ਸਿੰਘ, ਸਰਦਾਰ ਮੁੱਛਲ ਸਿੰਘ, ਸਰਦਾਰ ਪਾਲ ਸਿੰਘ, ਸਰਦਾਰ ਮੂਲਾ ਸਿੰਘ, ਇਹ ਚਾਰੇ ਜਾਣੇ ਮਹਾਂਪੁਰਖਾਂ ਨੂੰ ਫਿਰ ਵਾਪਸ ਜੱਬੋਵਾਲ ਜਿੱਥੇ ਹੁਣ ਗੁਰਦੁਆਰਾ ਸੰਤਸਾਰ ਸਾਹਿਬ ਉੱਥੇ ਲੈ ਆਏ। ਜਦੋਂ ਇੱਥੇ ਆ ਗਏ ਮਹਾਂਪੁਰਖ, ਜਿੱਥੇ ਇਹਦੋਂ ਪਹਿਲਾਂ ਰਹਿੰਦੇ ਸੀ ਨਾ ਸੰਤ ਬਾਬਾ ਈਸਰ ਸਿੰਘ ਜੀ, ਜਿਹੜੀ ਉਹਨਾਂ ਦੀ ਗੁਫਾ ਸੀ ਨਾ, ਜਿਹੜੀ ਉਹ ਉਹਨਾਂ ਨੇ ਕੋਠੜੀ ਬਣਾਈ ਜਿਹੜੀ ਡਿੱਗ ਪਈ ਸੀ, ਉਹਨੂੰ ਸਵਾਰ ਕੇ, ਉਹਨੂੰ ਬਣਾ ਕੇ ਸਵਾਰ ਕੇ ਚੰਗੀ ਤਰ੍ਹਾਂ ਮਹਾਂਪੁਰਖ ਉਸੇ ਕੋਠੜੀ ਦੇ ਵਿੱਚ ਰਹਿਣ ਲੱਗ ਪਏ। ਜਿੱਥੇ ਅੱਜ ਦਰਬਾਰ ਹੈ, ਗੁਰੂ ਕਾ ਦਰਬਾਰ ਹੈ ਨਾ ਗੁਰਦੁਆਰਾ ਸੰਤਸਰ ਸਾਹਿਬ, ਇਹਦੇ ਲਾਗੇ ਉਹ ਕੋਠੜੀ ਸੀ। ਜਿੱਥੇ ਦਰਬਾਰ ਉੱਥੇ ਕੋਠੜੀ ਸੀ ਲਾਗੇ ਉਰਲੇ ਪਾਸੇ ਨਾਲ ਹੀ, ਅਤੇ ਉੱਥੇ ਰਹਿਣ ਲੱਗ ਪਏ। ਹੁਣ ਉਹ ਕੋਠੜੀ ਜਿਹੜੀ ਸਵਾਰੀ ਹੈ, ਹੁਣ ਕੁਦਰਤ ਕਰਤਾਰ ਦੀ ਐਸੀ ਵਰਤੀ, ਜੋ ਸੰਤ ਈਸਰ ਸਿੰਘ ਜੀ ਨੇ ਸਾਧ ਬਚਨ ਅਟਲਾਦਾ ਉਹ ਪੂਰਾ ਹੋਣਾ ਸੀ। ਹੁਣ ਜੋ ਕਹਿ ਕੇ ਗਏ ਸੀਗੇ, ਸਮਾਂ ਆ ਗਿਆ, ਸੰਤ ਗੁਰਬਖਸ਼ ਸਿੰਘ ਮਹਾਂਪੁਰਖਾਂ ਨੇ ਆ ਕਰਕੇ ਇੱਥੇ ਭਾਗ ਲਾ ਦਿੱਤੇ। ਸੋ ਕਿਉਂਕਿ ਜੱਬੋ ਵਾਲੀਆਂ ਨੇ ਐਸੀ ਪ੍ਰੇਮ ਦੀ ਜਿਹੜੀ ਖਿੱਚ ਪਾਈ ਕਿ ਸੰਤਾਂ ਨੂੰ ਇਹਨਾਂ ਨੇ ਬੰਨ੍ਹ ਲਿਆ ਪ੍ਰੇਮ ਦੇ ਰੱਸੇ ਨਾਲ। ਸੋ ਇੱਦਾਂ ਬੰਨ੍ਹ ਲਿਆਂਦਾ ਅਤੇ ਇੱਥੇ ਆ ਕਰਕੇ ਤੇ ਜਦੋਂ ਮਹਾਂਪੁਰਖ ਉਸੇ ਹੀ ਅਸਥਾਨ 'ਤੇ ਬੈਠ ਕੇ ਤੇ ਬੜੀਆਂ ਖੁਸ਼ੀਆਂ ਮਨਾਈਆਂ ਸੰਗਤਾਂ ਨੇ। ਲੋਕਾਂ ਦੇ ਮਨ ਦੇ ਚਾਅ ਨੂੰ ਵਧਾ ਦਿੱਤਾ, ਸੰਗਤਾਂ ਦੇ ਮਨ ਦੇ ਚਾਅ ਨੂੰ ਵਧਾ ਦਿੱਤਾ ਮਹਾਂਪੁਰਖਾਂ ਦੇ ਇੱਥੇ ਆਉਣ ਦਾ ਕਰਕੇ। ਸੋ ਦਿਨ ਰਾਤ ਇੱਕ ਕਰਕੇ ਫਿਰ ਉਹ ਜਿਹੜਾ ਖੂਹੀ ਦਾ ਕੰਮ ਸੀ ਉਹਨੂੰ ਫਿਰ ਚਲਾ ਦਿੱਤਾ। ਦਿਨ ਰਾਤ ਕਰਤਾ ਵੀ ਜਲਦੀ ਤੋਂ ਜਲਦੀ ਹੁਣ ਖੂਹੀ ਤਿਆਰ ਹੋ ਜਾਏ, ਮਹਾਂਪੁਰਖ ਆ ਗਏ ਆ। ਕੋਠੜੀ ਉਹੀ ਸਵਾਰ ਦਿੱਤੀ ਜਿੱਥੇ ਅੱਜ ਕੱਲ੍ਹ ਦਰਬਾਰ ਹੈ ਨਾ, ਮਹਾਂਪੁਰਖ ਇੱਥੇ ਲਾਗੇ ਕੋਠੜੀ ਹੈ ਜਿੱਥੇ ਹੁਣ ਦਰਬਾਰ ਹੈ। ਅਤੇ ਜਿਹੜੇ ਗਾਲੇ ਬੰਨੇ ਪਿੱਪਲ ਹੈ, ਇਹ ਪਿੱਪਲ ਦੇ ਉਰਲੇ ਬੰਨੇ ਜਿੱਥੇ ਉਹ ਡੇੜੀ ਹੈ ਨਾ, ਦਰਸ਼ਨੀ ਡੇੜੀ, ਜਿਹਦੇ ਥੱਲੇ ਉਹ ਬੰਬਈ ਦਾ ਨਕਸ਼ਾ ਵਗਿਆ ਹੈ, ਉਹਦੇ ਉਰਲੇ ਪਾਸੇ ਉਹ ਖੂਹੀ ਸੀ। ਅਤੇ ਉਹ ਖੂਹੀ ਜਿਹੜੀ ਉਹੀ ਉਹਨਾਂ ਨੇ ਫਿਰ ਚਲਾ ਲਈ, ਵੀ ਪੁੱਟਣੀ ਸ਼ੁਰੂ ਕਰ ਦਿੱਤੀ, ਖੋਦ ਦਿੱਤੀ ਹੈ। ਹੁਣ ਉਹ ਕੰਮ ਜਿਹੜਾ ਖੂਹੀ ਦਾ ਮੁਕੰਮਲ ਹੋਣ ਲੱਗ ਪਿਆ। ਅਤੇ ਇੱਧਰ ਜਦੋਂ ਦੁਆਬੇ ਵਿੱਚ ਪਤਾ ਲੱਗਾ ਨਾ ਘੜਿਆਲ ਕਿ ਮਹਾਂਪੁਰਖਾਂ ਨੇ ਹੁਣ ਇੱਥੋਂ ਨਹੀਂ ਆਉਣਾ, ਹੁਣ ਜੱਬੋਵਾਲ ਦੇ ਪੱਕੇ ਜਾ ਕੇ ਵਸਨੀਕ ਬਣ ਗਿਆ, ਹੁਣ ਇੱਧਰ ਨੂੰ ਨਹੀਂ ਆਉਣਾ। ਅਤੇ ਜਿਹੜਾ ਬਾਬਾ ਛੱਜਾ ਸਿੰਘ ਸੀ ਨਾ, ਉਹ ਡੀਕ ਕੇ ਮਹਾਂਪੁਰਖਾਂ ਨੂੰ ਫਿਰ ਉਹ ਆਪਣਾ ਉੱਥੋਂ ਘਰ-ਬਾਰ ਛੱਡ ਕੇ ਉਹ ਵੀ ਇੱਥੇ ਗੁਰਦੁਆਰਾ ਸੰਤਸਾਰ ਸਾਹਿਬ ਜਿੱਥੇ ਇੱਥੇ ਹੀ ਮਹਾਂਪੁਰਖਾਂ ਦੇ ਕੋਲ ਆ ਗਿਆ। ਬੜਾ ਪ੍ਰੇਮੀ ਸੀ, ਉੱਥੇ ਖੇਤੀਬਾੜੀ ਦਾ ਕੰਮ ਕਰਦਾ ਸੀਗਾ। ਉਹ ਆਪਣਾ ਕੰਮ ਧੰਦਾ ਛੱਡ ਕੇ ਉੱਥੋਂ ਸਾਰਾ ਉੱਥੋਂ ਦਾ ਘਰ ਛੱਡ ਕੇ ਉਹਨੇ ਵੇਖਿਆ ਵੀ ਮਹਾਂਪੁਰਖ ਹੁਣ ਆਏ ਨਹੀਂ, ਉਹਨਾਂ ਜੱਬੋਵਾਲ ਹੀ ਰਹਿਣਾ। ਅਤੇ ਇੱਦਾਂ ਉਹ ਬਾਬਾ ਛੱਜਾ ਸਿੰਘ ਜਿਹੜਾ ਸੀ ਨਾ, ਉਹਦੇ ਪ੍ਰੇਮ ਦਾ ਕਰਕੇ ਮਹਾਂਪੁਰਖ ਘੜਿਆਲ ਰਹਿੰਦੇ ਸੀਗੇ। ਹੁਣ ਉਹੀ ਮਹਾਂਪੁਰਖਾਂ ਦੇ ਕੋਲ ਇੱਥੇ ਆ ਗਿਆ ਹੈ। ਸੋ ਜਦੋਂ ਇੱਥੇ ਆ ਗਿਆ, ਫਿਰ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਪੱਕੇ ਜੱਬੋਵਾਲ ਵਾਲੇ ਹੋ ਗਏ, ਇੱਥੇ ਰਹਿਣ ਲੱਗ ਪਏ। ਇੱਥੇ ਰਹਿੰਦਿਆਂ ਜਿਹੜੀਆਂ ਸੰਗਤਾਂ ਸੀ ਸਾਰੀਆਂ ਹੀ ਇੱਥੇ ਆਉਣ ਲੱਗ ਪਈਆਂ। ਅਤੇ ਮਹਾਂਪੁਰਖ ਜਦੋਂ ਇੱਥੇ ਆਏ ਨਾ, ਉਸ ਵੇਲੇ ਮਹਾਂਪੁਰਖਾਂ ਦਾ ਜਿਹੜਾ ਨਿਤਨੇਮ ਸੀ ਨਾ, ਇੱਥੇ ਆ ਕੇ ਰਾਤ 1 ਵਜੇ ਉੱਠ ਪੈਂਦੇ ਸਨ। 1 ਵਜੇ ਉੱਠ ਕੇ ਮਹਾਂਪੁਰਖਾਂ ਨੇ ਇਸ਼ਨਾਨ ਕਰਨਾ, ਅਤੇ ਫਿਰ ਵਾਹਿਗੁਰੂ ਜੀ ਦੀ ਮਿਹਰ ਦਾ ਸਦਕਾ
ਵਾਹਿਗੁਰੂ ਦੇ ਸਿਮਰਨ ਵਿੱਚ ਹੀ ਧਿਆਨ ਲਾ ਲੈਣਾ। 1 ਵਜੇ ਉੱਠ ਕੇ ਇਸ਼ਨਾਨ ਕਰਕੇ ਤੇ ਗੁਰਮੰਤਰ ਦਾ ਸਿਮਰਨ ਕਰਨ ਲੱਗ ਜਾਣਾ। ਚੌਂਕੜਾ ਲਾ ਕੇ ਤੇ ਸੁਰਤ ਲਾ ਕੇ ਵਾਹਿਗੁਰੂ 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 ਦਾ ਸਿਮਰਨ ਸ਼ੁਰੂ ਕਰ ਦੇਣਾ। ਜਿਉਂ ਸਿਮਰਨ ਕਰਨ ਲੱਗਣਾ, ਜਿਵੇਂ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਕਿਹਾ ਸੀ ਨਾ ਵੀ ਵਾਹਿਗੁਰੂ ਤੋਂ ਵੱਡਾ ਹੁਣ ਕੋਈ ਮੰਤਰ ਨਹੀਂ ਹੈਗਾ, ਵਾਹਿਗੁਰੂ ਜਪਣਾ ਹੈ ਅਤੇ ਗਿਣਤੀ ਮਿਣਤੀ ਨਹੀਂ ਕਰਨੀ। ਜਿਉਂ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ ਆ ਅਤੇ 5 ਵਜਾ ਦੇਣੇ। ਜਦੋਂ 5 ਵੱਜਣੇ, 5 ਵਜੇ ਮਹਾਂਪੁਰਖਾਂ ਨੇ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨਾ। 5 ਬਾਣੀਆਂ ਨਿਤਨੇਮ ਦੀਆਂ। ਉਸ ਤੋਂ ਉਪਰੰਤ ਆਸਾ ਦੀ ਵਾਰ, ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲੈਣਾ। ਉਦੋਂ ਉਪਰੰਤ ਨਿਤਨੇਮ ਤੋਂ ਬਾਅਦ ਵਿੱਚ ਫਿਰ ਪਿੰਡ ਗੁਰਦੁਆਰਾ ਸਾਹਿਬ ਵਿਖੇ, ਇੱਥੇ ਜੰਬੂਵਾਲ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਆ ਜਾਣਾ ਅਤੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਮਹਾਂਪੁਰਖਾਂ ਨੇ ਬੈਠ ਕਰਕੇ ਅਰਦਾਸ ਕਰਨੀ, ਮੁੱਖ ਵਾਗ ਪੜ੍ਹਨਾ ਅਤੇ ਕਈ ਵਾਰੀ ਕੀਰਤਨ ਵੀ ਇੱਥੇ ਆ ਕੇ ਅਤੇ ਪਿੰਡ ਹੀ ਗੁਰਦੁਆਰੇ ਸਾਹਿਬ ਕਰਨਾ। ਇੱਥੇ ਨਿਤਨੇਮ ਕਰਕੇ ਅਤੇ ਆ ਕਰਕੇ ਕੀਰਤਨ ਪਿੰਡ ਕਰਨਾ। ਗੁਰਦੁਆਰਾ ਸੰਸਾਰ ਸਾਹਿਬ ਵਿਖੇ ਨਿਤਨੇਮ ਕਰ ਲੈਣਾ ਹੈ, ਨਿਤਨੇਮ ਕਰਕੇ ਫਿਰ ਕੀਰਤਨ ਪਿੰਡ ਆ ਕੇ ਕਰਨਾ। ਸੋ ਇੱਦਾਂ ਮਹਾਂਪੁਰਖਾਂ ਨੇ ਰੋਜ਼ ਹੀ ਇਹ ਨਿਤਨੇਮ ਸੀ ਮਹਾਂਪੁਰਖਾਂ ਦਾ। ਅਜੇ ਉਦੋਂ ਮਹਾਂਪੁਰਖਾਂ ਦੇ ਨਾਲ ਕੋਈ ਹੋਰ ਇਹਨਾਂ ਦੇ ਜਥੇ ਦਾ ਜਿਹੜਾ ਸਿੰਘ ਉਹ ਨਹੀਂ ਸੀਗਾ, ਹੋਰ ਕੋਈ ਪ੍ਰੇਮੀ ਵੀ ਨਹੀਂ ਸੀ। ਸਿਰਫ ਭਾਈ ਛੱਜਾ ਸਿੰਘ ਸੀ ਜੋ ਸੇਵਾ ਦਾ ਬੜਾ ਸ਼ੌਂਕੀ ਸੀ। ਉਹਨੂੰ ਸੇਵਾ ਦਾ ਸ਼ੌਂਕ ਸੀਗਾ ਬਾਬਾ ਸੱਜਾ ਸਿੰਘ ਨੂੰ। ਸੋ ਉਹ ਬੜਾ ਪਿਆਰ ਭਰਿਆ ਬੰਦਾ ਸੀਗਾ, ਜਿਹੜਾ ਬੜਾ ਸ਼ੌਂਕੀ ਹੈ ਸੇਵਾ ਦਾ ਅਤੇ ਬੜਾ ਪ੍ਰੇਮ ਦਾ ਭਰਿਆ, ਪਿਆਰ ਦਾ ਭਰਿਆ ਬੰਦਾ ਸੀ। ਕੀਰਤਨ ਤੋਂ ਉਪਰੰਤ ਕਿਸੇ ਨਾਲ ਥੋੜ੍ਹਾ ਚਿਰ ਵੀ ਪਰਮਾਰਥ ਸੰਬੰਧੀ ਬਚਨ ਮਹਾਂਪੁਰਖ ਨਹੀਂ ਸੀ ਕਰਦੇ। ਕੀਰਤਨ ਕਰ ਲੈਣਾ, ਫਿਰ ਕਿਸੇ ਨਾਲ ਕੋਈ ਗੱਲ, ਕੋਈ ਬਚਨ ਨਹੀਂ ਕਰਨਾ। ਸਾਦਾ ਦਿਲ, ਨਿਰਛਲ ਜ਼ਿਮੀਂਦਾਰ ਲੋਕੀ ਜੋ ਇਹਨਾਂ ਦੇ ਵਿਸ਼ਵਾਸੀ ਹੋ ਚੁੱਕੇ ਸਨ, ਜੋ ਸੰਗਤ ਹੈ ਨਾ ਉਹ ਵਿਸ਼ਵਾਸ ਕਰਦੀ ਸੀ ਮਹਾਂਪੁਰਖਾਂ 'ਤੇ ਅਤੇ ਵਾਕਿਆ ਰੱਬ ਦੇ ਨਾਲ ਜੁੜੇ ਹੋਏ ਆ। ਸੋ ਕਿਉਂਕਿ ਬਾਬਾ ਛੱਜਾ ਸਿੰਘ ਵੀ ਅਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ ਦੋਵੇਂ ਹੀ ਸੰਤ ਸਨ। ਦੋਵਾਂ ਦਾ ਹੀ ਸੁਭਾਅ ਬੜਾ ਵਧੀਆ ਹੈ ਅਤੇ ਦੋਵੇਂ ਹੀ ਚੜ੍ਹਦੀ ਕਲਾ ਵਾਲੇ ਅਤੇ ਬੰਦਗੀ ਵਾਲੇ ਸਨ। ਸੋ ਹੁਣ ਗੁਰਸਿੱਖ ਰਹਿਣੀ ਵਿੱਚ ਰਹਿਣ ਦੀ ਉਹਨਾਂ ਨੂੰ ਪ੍ਰੇਰਨਾ ਕਰਦੇ ਸੰਗਤਾਂ ਨੂੰ, ਅਤੇ ਵਾਹਿਗੁਰੂ ਦੇ ਸਿਮਰਨ ਦੇ ਮਹਾਂਪੁਰਖ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ। ਸੋ ਉਹਨਾਂ ਦੀ ਮਹਾਂਪੁਰਖਾਂ ਦੀ ਐਸੀ ਪ੍ਰੇਰਨਾ ਸੀ ਸਾਰਿਆਂ ਨੂੰ ਕਿ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ ਅਤੇ ਨਿਤਨੇਮ ਕਰੋ, ਸਿਮਰਨ ਕਰੋ। ਸੋ ਐਸਾ ਉਪਦੇਸ਼ ਸੁਣਾਉਂਦੇ ਸੀ ਸਾਰੀਆਂ ਸੰਗਤਾਂ ਨੂੰ। ਫਿਰ ਲੱਸੀ ਪਾਣੀ ਜਾਂ ਪ੍ਰਸ਼ਾਦਾ ਛਕੇ ਪਿੱਛੋਂ ਕੁਝ ਆਰਾਮ ਕਰਨਾ। ਸਵੇਰੇ ਪਹਿਲਾਂ ਤਾਂ ਜਿਉਂ ਰਾਤ 1 ਵਜੇ ਤੋਂ ਉੱਠਣਾ, ਵਾਹਿਗੁਰੂ ਦਾ ਸਿਮਰਨ ਕਰਨਾ, 5 ਵਜੇ ਨਿਤਨੇਮ ਕਰਨਾ। ਨਿਤਨੇਮ ਕਰਕੇ ਫਿਰ ਗੁਰਦੁਆਰਾ ਸਾਹਿਬ ਨਗਰ ਦੇ ਵਿੱਚ ਚਲੇ ਜਾਣਾ, ਅਰਦਾਸ ਕਰਨੀ, ਹੁਕਮਨਾਮਾ ਲੈਣਾ, ਕੀਰਤਨ ਵੀ ਥੋੜ੍ਹਾ ਸਮਾਂ ਕਰ ਲੈਣਾ। ਉਦੋਂ ਉਪਰੰਤ ਸੰਗਤਾਂ ਨੂੰ ਉਪਦੇਸ਼ ਦੇਣਾ ਕਿ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦੇ ਕੇ ਉਦੋਂ ਉਪਰੰਤ ਇੱਥੇ ਆ ਕੇ ਜੋ ਲੱਸੀ ਪਾਣੀ ਪ੍ਰਸ਼ਾਦਾ ਹੋਣਾ ਉਹ ਇੱਕ ਛਕ ਕੇ ਉਦੋਂ ਬਾਅਦ ਵਿੱਚ ਆਰਾਮ ਕਰ ਲੈਣਾ। ਕੁਝ ਸਮਾਂ ਆਰਾਮ ਕਰਕੇ ਬਾਕੀ ਸਾਰਾ ਹੀ ਦਿਨ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੀ ਜਾਣਾ। ਸਾਰੀ ਦਿਹਾੜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੀ ਜਾਣਾ। ਇੱਦਾਂ ਕਰਦਿਆਂ ਕਰਦਿਆਂ ਸ਼ਾਮ ਹੋ ਜਾਂਦੀ ਸੀ। ਸ਼ਾਮ ਹੋਣ 'ਤੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਤੋਂ ਉਪਰੰਤ ਪਾਠ ਤੋਂ ਉਪਰੰਤ ਸਾਗ ਜਾਂ ਕੋਈ ਭਾਜੀ, ਕੋਈ ਸਬਜ਼ੀ, ਦੁੱਧ ਕੋਈ ਲਿਆਵੇ ਅਤੇ ਛਕ ਲੈਂਦੇ ਸੀ, ਨਾ ਲਿਆਵੇ ਤਾਂ ਨਹੀਂ ਸੀ ਛਕਦੇ ਦੋਵੇਂ। ਬਾਬਾ ਛੱਜਾ ਸਿੰਘ ਵੀ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ। ਜੇ ਕੋਈ ਪ੍ਰੇਮੀ ਲਾਇਆ ਤਾਂ ਛਕ ਲੈਣਾ, ਨਹੀਂ ਲਿਆ ਤਾਂ ਨਹੀਂ ਛਕਣਾ। ਹੋਰ ਕੋਈ ਚੀਜ਼ ਜਾਂ ਅੰਨ ਦਾ ਪ੍ਰਸ਼ਾਦਾ ਰਾਤ ਨੂੰ ਨਹੀਂ ਸਨ ਛਕਦੇ। ਜੇ ਕੋਈ ਸਾਗ ਭਾਜੀ ਲੈ ਆਵੇ ਤਾਂ ਰਾਤ ਨੂੰ ਛਕਣੀ ਹੈ, ਪ੍ਰਸ਼ਾਦਾ ਨਹੀਂ ਛਕਣਾ। ਜੇ ਕੋਈ ਸਬਜ਼ੀ ਲੈ ਆਇਆ ਨਾ ਕੋਈ ਤਾਂ ਛਕ ਲੈਣੀ ਹੈ। ਜੇ ਕੋਈ ਦੁੱਧ ਲੈ ਆਇਆ ਤਾਂ ਉਹ ਛਕ ਲੈਣਾ ਰਾਤ ਨੂੰ, ਪ੍ਰਸ਼ਾਦਾ ਨਹੀਂ ਰਾਤ ਨੂੰ ਛਕਣਾ। ਸੋ ਹੋਰ ਕੋਈ ਚੀਜ਼ ਵੀ ਨਹੀਂ ਛਕਣੀ।
ਐਵੇਂ नहीं भी जो कोई पदार्थ आ गए छकी जाने आ। जे कोई शाम ਨੂੰ ਦੁੱਧ ਲੈ ਆ तो छक ਲੈਣਾ है, ਜਾਂ कोई सब्जी लैके आया कोई छक ली, नहीं तो नहीं, होर कुछ नहीं छकना महापुरखा ने। इस तरह ये संत जी का ये नेम सीगा, 5 साला नेम सी महापुरखा का। अगर किसी दूजी थां ते जाते सन ਜਾਂ ਦੀਵਾਨ ਅਸਥਾਨ ਜਾਂ ਜੋੜ ਮੇਲਿਆਂ ਵਿੱਚ ਸ਼ਾਮਲ ਹੁੰਦੇ ਸੀ ਤਾਂ ਵੱਖਰੀ ਗੱਲ ਹੁੰਦੀ ਸੀ। ਜੇ ਕਿਤੇ ਜੋੜ ਮੇਲਿਆਂ 'ਚ ਚੱਲ ਜਾਣ ਜਾਂ ਕਿਤੇ ਹੋਰ ਚੱਲ ਜਾਣ ਫੇਰ ਵੱਖਰੀ ਗੱਲ ਹੈ। ਨਹੀਂ ਤਾਂ ਉਹਨਾਂ ਦਾ ਨਿਤਨੇਮ ਐਸਾ ਸੀ ਕਿ ਰਾਤ ਨੂੰ 9 ਵਜੇ ਮਹਾਂਪੁਰਖ ਆਰਾਮ ਕਰਨ ਵਾਸਤੇ ਲੇਟ ਜਾਂਦੇ ਸੀਗੇ। ਆਪਣੇ ਭਾਦੇ ਲੇਟਦੇ ਸੀ ਨਾ ਵੀ ਉਹ ਚਾਹ ਕੇ ਅੰਦਰ ਵਿਸ਼ਰਾਮ ਕਰਦੇ, ਉਹ ਭਾਵੇਂ ਸਾਰੀ ਰਾਤ ਹੀ ਜਪ ਤਪ ਕਰਦੇ ਹੋਣਾ। ਇਹ ਸੀ ਵੀ 9 ਵਜੇ ਆਪਣਾ ਦਰਵਾਜ਼ਾ ਢੋ ਲੈਂਦੇ ਸੀ ਵੀ ਹੁਣ ਕੋਈ ਪ੍ਰੇਮੀ ਸਾਡੇ ਕੋਲ ਆਵੇ ਨਾ, ਸਾਨੂੰ ਕੋਈ ਆਵਾਜ਼ ਨਾ ਮਾਰੇ, ਕੋਈ ਕਵਾਵੇ ਨਾ। ਸੋ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਪਹਿਲਾਂ ਕਿਸੇ ਨਾਲ ਉਹ ਗੱਲਬਾਤ ਨਹੀਂ ਸੀ ਕਰਦੇ, ਸੰਕੋਚ ਕਰਦੇ ਸੀ। ਇਹ ਉਹਨਾਂ ਦਾ ਸੁਭਾਅ ਅੰਤ ਤੀਕ ਰਿਹਾ। ਜਿੰਨਾ ਚਿਰ ਮਹਾਂਪੁਰਖ ਸੰਸਾਰ 'ਤੇ ਆਪਣਾ ਸਰੀਰ ਕਰਕੇ ਰਹੇ ਆ ਨਾ, ਉਹਨਾਂ ਚਿਰ ਮਹਾਂਪੁਰਖਾਂ ਦਾ ਪੱਕਾ ਸੁਭਾਅ ਰਿਹਾ। ਰਾਤ ਨੂੰ ਮਹਾਂਪੁਰਖ 9 ਵਜੇ ਪੂਰੇ 9 ਵਜੇ ਉਹ ਦਰਵਾਜ਼ਾ ਆਪਣਾ ਢੋ ਲੈਂਦੇ ਸੀਗੇ। ਉਦੋਂ ਬਾਅਦ ਵਿੱਚ ਕਿਸੇ ਨੂੰ ਗੱਲ ਨਹੀਂ ਕਰਨੀ, ਕਿਸੇ ਕੋਈ ਆਵਾਜ਼ਾਂ ਮਾਰੇ ਨਹੀਂ, ਆਵਾਜ਼ ਨਹੀਂ ਦੇਣੀ। ਉਦੋਂ ਬਾਅਦ ਵਿੱਚ ਕਹਿਣਾ ਵੀ ਸਾਡਾ 9 ਵਜੇ ਤੋਂ ਬਾਅਦ ਵਿੱਚ ਅਸੀਂ ਆਰਾਮ ਕਰਨਾ ਹੈ, ਬਾਅਦ 'ਚ ਕਿਸੇ ਨੇ ਸਾਡੇ ਪਾਸ ਨਹੀਂ ਆਉਣਾ। 9 ਵਜੇ ਮਹਾਂਪੁਰਖ ਆਰਾਮ ਕਰਨ ਚਲੇ ਜਾਂਦੇ ਆ, 1 ਵਜੇ ਉੱਠਦੇ ਆ, 1 ਵਜੇ ਉੱਠ ਕੇ 5 ਵਜੇ ਤੱਕ ਸਿਮਰਨ ਕਰਦੇ, ਫਿਰ ਨਿਤਨੇਮ ਕਰਦੇ, ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ। ਸਮਾਪਤੀ ਹੁੰਦੀ ਫੇਰ ਹੀ ਕੁਝ ਛਕਦੇ ਆ ਅਤੇ ਫੇਰ ਹੀ ਕਿਸੇ ਨਾਲ ਕੋਈ ਗੱਲਬਾਤ ਕਰਦੇ ਆ, ਨਹੀਂ ਤਾਂ ਉਹਨਾਂ ਚਿਰ ਤੱਕ ਕਿਸੇ ਨਾਲ ਨਾ ਬੋਲਦੇ ਆ ਅਤੇ ਨਾ ਹੀ ਕੁਝ ਛਕਦੇ ਹੀ ਆ, ਕਿਉਂਕਿ ਆਪਾਂ ਸਮਝਦੇ ਹਾਂ ਕਿ ਮਹਾਂਪੁਰਖ ਆਰਾਮ ਕਰਦੇ ਰਾਤ ਨੂੰ। ਸੋ ਇੱਦਾਂ ਦਾ ਮਹਾਂਪੁਰਖਾਂ ਦਾ ਸੁਭਾਅ ਸੀਗਾ। ਸੰਤ ਜੀ ਜੱਬੋਵਾਲ ਜਦੋਂ ਆਏ ਸੀ ਨਾ, ਉਦੋਂ ਐਸਾ ਸੁਭਾਅ ਸੀਗਾ। ਸੋ ਉਹ ਗੁਫਾ ਦੇ ਅੰਦਰ ਇਕਾਂਤ ਹੋ ਕੇ ਬੈਠ ਰਹਿੰਦੇ ਸਨ। ਸੋ ਇੱਥੋਂ ਦੇ ਪ੍ਰੇਮੀਆਂ ਨੂੰ ਹੁਣ ਜਦੋਂ ਆਪਣੇ ਨਗਰ ਦੇ ਜਿਹੜੇ ਪ੍ਰੇਮੀ ਸੀ ਨਾ ਮਹਾਂਪੁਰਖਾਂ ਦੇ, ਉਹਨਾਂ ਨੂੰ ਮਹਾਂਪੁਰਖਾਂ ਦੇ ਐਸੇ ਸੁਭਾਅ ਦਾ ਪਤਾ ਲੱਗ ਗਿਆ। ਇਸ ਕਰਕੇ ਇਹਨਾਂ ਦੀ ਐਸੀ ਟਿਕੀ ਬਿਰਤੀ ਵਿੱਚ ਕੋਈ ਜਾ ਕੇ ਵੀ ਖੱਲਰ ਨਹੀਂ ਸੀ ਪਾਉਂਦਾ, ਵੀ ਕੋਈ ਜਾ ਕੇ ਉਹ ਬਿਰਤੀ ਨੂੰ ਖਰਾਬ ਨਹੀਂ ਸੀ ਕਰਦਾ, ਕਿ ਮਹਾਂਪੁਰਖਾਂ ਦੀ ਐਸੀ ਬਿਰਤੀ ਹੈ। ਸੰਤ ਸਾਹਿਬ ਵੀ ਇਕਾਂਤ ਵਿੱਚ ਵਸਦੇ ਅਤੇ ਸਿਮਰਨ ਵਿੱਚ ਰਤੇ ਰਹਿੰਦੇ ਸਨ, ਜੋ ਥੋੜ੍ਹੇ ਅਰਸੇ ਅੰਦਰ ਹੀ ਮਾਝੇ ਵਿੱਚ ਜੱਬੋਵਾਲ ਦੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਐਸੇ ਪ੍ਰਸਿੱਧ ਹੋਏ। ਮਹਾਂਪੁਰਖ ਐਸੇ ਪ੍ਰਸਿੱਧ ਹੋਏ ਸੰਤ ਜੱਬੋਵਾਲ ਵਾਲੇ। ਅੱਜ ਤੱਕ ਕਦੇ ਕਿਸੇ ਨੇ ਦੇਸੂ ਮਲਕਾਣਾ ਮਹਾਂਪੁਰਖਾਂ ਦਾ ਜਿਹੜਾ ਉਹ ਨਗਰ ਹੈ, ਕਿਸੇ ਨੇ ਦੇਸੂ ਮਲਕਾਣੇ ਵਾਲੇ ਨਹੀਂ ਆਖਿਆ, ਕਿਸੇ ਨੇ ਸ਼ਿਮਲੇ ਵਾਲੇ ਨਹੀਂ ਆਖਿਆ, ਕਿਸੇ ਜੰਡਿਆਲੇ ਵਾਲੇ ਨਹੀਂ ਆਖਿਆ। ਉੱਥੋਂ ਦੀਆਂ ਸੰਗਤਾਂ ਬੇਸ਼ੱਕ ਹੁਣ ਕਹੀ ਜਾਣ, ਪਰ ਉੱਦਾਂ ਜਿੱਥੇ ਕਿਤੇ ਜਾਓ ਸੰਤ ਜੱਬੋਵਾਲ ਵਾਲੇ ਹੀ ਜਿਹੜੇ ਹਰ ਥਾਂ 'ਤੇ ਨਾਂ ਜੱਬੋਵਾਲ ਵਾਲਾ ਹੀ ਆਇਆ। ਸੰਤਾਂ ਦਾ ਪਹਿਲਾ ਜੀਵਨ ਹੈ ਨਾ, ਜਿਹੜੇ ਪਹਿਲਾਂ ਸਭ ਤੋਂ ਕਿਤਾਬ ਸੀ ਉਹ ਸੰਤ ਜੱਬੋਵਾਲ ਵਾਲੇ। ਹੁਣ ਅਗਾਂਹ ਹੁਣ ਸ਼ਿਮਲੇ ਵਾਲੇ ਜੰਡਿਆਲੇ ਵਾਲੇ ਨਾਲ ਪਾਇਆ, ਪਰ ਮਹਾਂਪੁਰਖਾਂ ਨੇ ਕਿਤੇ ਨਹੀਂ ਲਿਖਿਆ ਵੀ ਅਸੀਂ ਜੰਡਿਆਲੇ ਵਾਲੇ ਹਾਂ, ਅਸੀਂ ਸ਼ਿਮਲੇ ਵਾਲੇ ਹਾਂ, ਅਸੀਂ ਦੇਸੂ ਮਲਕਾਣੇ ਵਾਲੇ। ਮਹਾਂਪੁਰਖਾਂ ਨੇ ਹਰ ਥਾਂ 'ਤੇ ਜਿੱਥੇ ਕਿਤੇ ਗਏ, ਗਿਆਨੀ ਬਾਪੂ ਮਹਿੰਦਰ ਸਿੰਘ ਜੀ ਦੱਸਦੇ ਸੀਗੇ, ਆਂਦੇ ਵੀ ਕਿਤੇ ਵੀ ਕਿਸੇ ਨੇ ਹੋਰ ਦਾ ਨਾਂ ਨਹੀਂ ਲਿਆ, ਕਿਉਂਕਿ ਮੈਨੂੰ ਇਹ ਉਹਨਾਂ ਤੋਂ ਹੀ ਪਤਾ ਲੱਗਾ ਕਿ ਜਿੱਥੇ ਵੀ ਕਿਤੇ ਜਾਈਏ ਨਾ, ਕਿਉਂਕਿ ਉਹ ਜਿੱਥੇ ਜਿੱਥੇ ਵੀ ਮਹਾਂਪੁਰਖਾਂ ਦੇ ਪ੍ਰੇਮੀ ਸੀ ਉੱਥੇ ਜਾ ਕੇ ਕੀਰਤਨ ਕਰਦੇ ਰਹੇ ਆ। ਜਿਨ੍ਹਾਂ ਜਿਨ੍ਹਾਂ ਥਾਵਾਂ 'ਤੇ ਮਹਾਂਪੁਰਖ ਜਾਂਦੇ ਸੀ ਨਾ, ਬਾਬਾ ਤੇਜਾ ਸਿੰਘ ਜੀ ਅਤੇ ਬਾਬਾ ਬਾਪੂ ਮਹਿੰਦਰ ਸਿੰਘ ਜੀ, ਇਹ ਮਹਾਂਪੁਰਖਾਂ ਦੇ ਜਿਹੜੇ ਸੇਵਕ ਸੀ ਉਹ ਇਹਨਾਂ ਨੂੰ ਕੀਰਤਨ ਕਰਨ ਨੂੰ ਸਾਦੇ ਸੀਗੇ। ਇਹ ਦੂਰ ਦੂਰ ਤੱਕ ਯੂਪੀ ਵਾਲ ਦੂਰ ਦੂਰ ਤੱਕ ਮਹਾਂਪੁਰਖ ਜਿੱਥੇ ਜਾਂਦੇ ਸੀ ਉੱਥੇ ਜਾ ਕੇ ਕੀਰਤਨ ਕਰਦੇ ਰਹੇ ਆ। ਇਹ ਕਹਿੰਦੇ ਵੀ ਜਿੱਥੇ ਕਿਤੇ ਵੀ ਆ ਮਹਾਂਪੁਰਖ ਜੱਬੋਵਾਲ ਵਾਲੇ ਹੀ ਹਰ ਥਾਂ 'ਤੇ ਜਿੱਥੇ ਕਿਤੇ ਇਹਨਾਂ ਦੇ ਨਾਮ ਦੇ ਨਾਲ ਲਾਇਆ ਜਾਂਦਾ ਸੀ, ਮਹਾਂਪੁਰਖ ਜੱਬੋਵਾਲ ਵਾਲੇ, ਜੱਬੋਵਾਲ ਵਾਲੇ ਮਹਾਂਪੁਰਖ ਹਰ ਥਾਂ 'ਤੇ ਇਹਨਾਂ ਨੂੰ ਸੰਗਤਾਂ ਬੁਲਾਉਂਦੀਆਂ ਰਹੀਆਂ। ਸੋ ਇਹ ਪੱਕੇ ਮਹਾਂਪੁਰਖ ਜੱਬੋਵਾਲ ਵਾਲੇ ਹੋ ਗਏ। ਭਾਵੇਂ ਨਗਰ ਦੇਸੂ ਮਲਕਾਣਾ ਹੈ, ਘੜਿਆਲ ਜਲੰਧਰ ਵੀ ਰਹੇ ਆ, ਕਿਸ਼ਨਪੁਰੇ ਵੀ ਰਹੇ ਆ, ਪਰ ਕਿਸੇ ਨੇ ਨਹੀਂ ਆਖਿਆ ਕਿਸ਼ਨਪੁਰੇ ਵਾਲੇ ਜਾਂ ਘੜਿਆਲ ਵਾਲੇ ਜਾਂ ਦੇਸੂ ਮਲਕਾਣੇ ਵਾਲੇ। ਜੱਬੋਵਾਲ ਦਾ ਹੀ ਨਾਂ ਪੱਕਾ ਮਹਾਂਪੁਰਖਾਂ ਦੇ ਨਾਮ ਦੇ ਨਾਲ ਜੁੜ ਗਿਆ। ਐਸੇ ਮਹਾਂਪੁਰਖ ਸੀ। ਸੋ ਸਾਧ ਸੰਗਤ ਜੀ,
ਜਦੋਂ ਮੈਂ ਛੋਟਾ ਸੀ ਉਸ ਵੇਲੇ ਇੱਕ ਵਾਰ ਨਾ ਆਪਣੇ ਨਗਰ ਦੇ ਸੀ ਇੱਕ ਬਿਹਾਰੀ ਬਾਹਮਣ ਪੰਡਤ, ਉਹਨਾਂ ਦੀ ਦੁਕਾਨ ਸੀ। ਉਹ ਸੌਦਾ ਲੈਣ ਗਿਆ ਅਤੇ ਉਦੋਂ ਕਿਸੇ ਨਾਲ ਗੱਲਾਂ ਕਰਨ ਡੇ ਸੀਗੇ, ਕਿਉਂਕਿ ਉਹਨਾਂ ਦੇ ਮੁੰਡੇ ਉਹਦਾ ਦੁਕਾਨ 'ਤੇ ਕੰਮ ਕਰਦੇ ਸੀਗੇ, ਪਰ ਉਸ ਵੇਲੇ ਉਹ ਬੈਠੇ ਸੀ ਉੱਥੇ, ਬਜ਼ੁਰਗ ਸੀਗੇ। ਉਹ ਕਿਸੇ ਨਾਲ ਗੱਲਾਂ ਕਰਦੇ, ਕਹਿੰਦੇ ਵੀ ਇੱਕ ਮੈਂ ਅਤੇ ਇੱਕ ਕਿਸੇ ਹੋਰ ਨਗਰ ਦੇ ਬੰਦੇ ਦਾ ਨਾਂ ਲੈਂਦੇ ਸੀ। ਉਹ ਕਹਿੰਦੇ ਅਸੀਂ 2 ਜਾਣੇ ਰੋਜ਼ਾਨਾ ਸਵੇਰੇ ਸੰਤਸਰ ਸਾਹਿਬ ਜਾਇਆ ਕਰਦੇ ਸੀਗੇ, ਅਤੇ ਜਾ ਕੇ ਉੱਥੇ ਉਹ ਹਲਟੀ ਸੀ ਜਿਹੜੀ, ਉਹ ਜਿੱਥੇ ਖੂਹੀ ਹੈ ਨਾ, ਉਹਨੂੰ ਗੇੜ ਕੇ ਅਤੇ ਅਸੀਂ ਜਲ ਕੱਢਣਾ ਅਤੇ ਉਹਦੇ ਨਾਲ ਸੰਤ ਜੀ ਇਸ਼ਨਾਨ ਕਰਦੇ ਹੁੰਦੇ ਸੀਗੇ। ਅਤੇ ਉਹ ਕਹਿਣ ਲੱਗੇ ਵੀ ਉਦੋਂ ਘੜੀਆਂ ਨਹੀਂ ਸੀ ਹੁੰਦੀਆਂ, ਅਤੇ ਅਸੀਂ ਜਾਂਦੇ ਹੁੰਦੇ ਸਾਂ ਸਵਖਤੇ ਜਾਣਾ। ਅੰਮ੍ਰਿਤ ਵੇਲੇ ਜਿਹੜਾ ਨਾ ਉਹ ਟਾਈਮ ਰੱਖਿਆ ਹੁੰਦਾ ਸੀਗਾ ਵੀ ਨਿਸ਼ਾਨੀ ਜੀ ਰੱਖੀ ਹੁੰਦੀ ਸੀ, ਤਾਰਾ ਇੱਥੇ ਕਹੂ ਤਾਂ ਅਸੀਂ ਚਲੇ ਜਾਵਾਂਗੇ, ਇੱਦਾਂ ਨਿਸ਼ਾਨੀ ਰੱਖੀ ਹੁੰਦੀ ਸੀ। ਅਤੇ ਮਹਾਂਪੁਰਖਾਂ ਨੇ 1 ਵਜੇ ਉੱਠਣਾ ਹੁੰਦਾ ਸੀਗਾ ਅਤੇ ਉਦੋਂ ਬਾਅਦ ਸਿਮਰਨ ਵਿੱਚ ਲੱਗ ਜਾਣਾ, ਅਤੇ ਅਸੀਂ ਉਹ ਸਮਾਂ ਰੱਖਿਆ ਹੁੰਦਾ ਸੀ ਵੀ ਮਹਾਂਪੁਰਖਾਂ ਦਾ ਇਸ਼ਨਾਨ ਕਰਾਉਣਾ ਜਾ ਕੇ, ਵੀ ਅਸੀਂ ਉਸ ਸਮੇਂ ਤੱਕ 1 ਵਜੇ ਤੱਕ ਪਹੁੰਚਣਾ ਉੱਥੇ। ਤਾਂ ਕਹਿੰਦੇ ਵੀ ਐਸਾ ਹੋਇਆ ਵੀ ਇੱਕ ਦਿਨ ਭੁਲੇਖਾ ਪੈ ਗਿਆ, ਅਸੀਂ ਪਹਿਲਾਂ ਹੀ ਚਲੇ ਗਏ। ਅਸੀਂ ਪਹਿਲਾਂ ਚਲੇ ਗਏ, ਕੋਈ ਆਲਾ ਦੁਆਲਾ ਵੜਿਆ ਨਹੀਂ ਸੀ ਉਦੋਂ। ਅਸੀਂ ਜਾ ਕੇ ਕੁਝ ਸਮਾਂ ਬੈਠੇ ਅਤੇ ਵੇਖਿਆ ਵੀ ਜੇ ਮਹਾਂਪੁਰਖ ਉੱਠੇ ਨਹੀਂ ਆ। ਤਾਂ ਕਹਿੰਦੇ ਵੀ ਅਸੀਂ ਉਹ ਜਿਹੜਾ ਉਹਨਾਂ ਦੇ ਕਮਰੇ ਸੀ ਨਾ, ਉਹਦੇ ਥਾਣੀ ਝਾਤੀ ਮਾਰੀ ਹੈ, ਅਤੇ ਮਹਾਂਪੁਰਖਾਂ ਦਾ ਸਰੀਰ ਅੱਡੋ ਅੱਡ ਖਿਲ ਰਿਹਾ ਹੈ, ਕਿਤੇ ਲੱਤ ਹੈ ਕਿਤੇ ਬਾਂਹ ਹੈ। ਇਹ ਉਹਦੇ ਦੱਸਣ ਮੁਤਾਬਕ ਹੈ। ਕਹਿੰਦੇ ਵੀ ਇੱਕ ਇੱਕ ਅੰਗ ਜਿਹੜਾ ਉਹਨਾਂ ਦਾ ਵੱਖਰਾ ਵੱਖਰਾ ਪਿਆ ਹੈ। ਕਹਿੰਦੇ ਅਸੀਂ ਡਰ ਕੇ ਪਿਛਾਂਹ ਹੋ ਗਏ, ਅਸੀਂ ਇੱਕ ਦੂਜੇ ਨਾਲ ਬੋਲੇ ਵੀ ਇਹ ਅੰਦਰ ਕੀ ਬਣਿਆ, ਮਹਾਂਪੁਰਖਾਂ ਨੂੰ ਕੋਈ ਵੱਢ ਗਿਆ ਜੇ। ਕਹਿੰਦੇ ਇੰਨੀ ਗੱਲ ਜਦੋਂ ਸਾਡੀ ਸੁਣੀ, ਇੱਕਦਮ ਤੇ ਮਹਾਂਪੁਰਖਾਂ ਨੇ ਉਹ ਦਰਵਾਜ਼ਾ ਖੋਲ੍ਹ ਦਿੱਤਾ, ਇੱਕਦਮ ਤੇ ਉਸੇ ਵੇਲੇ ਦਰਵਾਜ਼ਾ ਖੋਲ੍ਹਤਾ। ਅਸੀਂ ਪਾਣੀ ਪਾਣੀ ਸਾਡਾ ਕਹਿੰਦੇ ਸਰੀਰ ਹੋ ਗਿਆ। ਅਤੇ ਮਹਾਂਪੁਰਖ ਕਹਿਣ ਲੱਗੇ, ਪ੍ਰੇਮੀਓ ਤੁਸੀਂ ਸਵਖਤੇ ਆ ਗਏ ਹੋ। ਕਹਿੰਦੇ ਅਸੀਂ ਆਖਿਆ ਬਾਬਾ ਜੀ ਗਲਤੀ ਹੋ ਗਈ, ਸਾਨੂੰ ਪਤਾ ਨਹੀਂ ਲੱਗਿਆ ਸਮੇਂ ਦਾ, ਕਿਉਂਕਿ ਘੜੀਆਂ ਨਹੀਂ ਹੈਗੀਆਂ ਉਦੋਂ ਕੋਈ, ਅਤੇ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ। ਕਹਿੰਦੇ ਮਹਾਂਪੁਰਖ ਕਹਿਣ ਲੱਗੇ ਵੀ ਅੱਜ ਤੋਂ ਗਾਂ ਇੱਦਾਂ ਨਹੀਂ ਕਰਨੀ, ਭਲਿਓ ਦਿਨ ਚੜ੍ਹੇ ਆਇਆ ਕਰੋ, ਅਸੀਂ ਆਪੇ ਇਸ਼ਨਾਨ ਕਰ ਲਿਆ ਕਰਾਂਗੇ, ਸਵਖਤੇ ਨਾ ਆਇਆ ਕਰੋ। ਅਤੇ ਜੇ ਤੁਸੀਂ ਆ ਵੀ ਜਾਂਦੇ ਹੋ ਨਾ, ਅੰਦਰ ਝਾਤੀ ਨਹੀਂ ਮਾਰਨੀ, ਬਾਹਰ ਇੱਥੇ ਬੈਠੇ ਰਿਹਾ ਕਰੋ। ਜੇ ਕਿਤੇ ਪਹਿਲਾਂ ਆ ਵੀ ਜਾਓ, ਜਿੰਨਾ ਚਿਰ ਅਸੀਂ ਬਾਹਰ ਆਪ ਨਹੀਂ ਨਾ ਆਉਂਦੇ, ਤੁਸੀਂ ਅੰਦਰ ਨਹੀਂ ਸਾਡੇ ਆਉਣਾ, ਨਾ ਸਾਡਾ ਦਰਵਾਜ਼ਾ ਹੀ ਖੜਕਾਉਣਾ ਹੈ, ਆਉਣਾ ਅਤੇ ਆ ਕੇ ਇੱਥੇ ਬੈਠੇ ਰਹਿਣਾ। ਉਹ ਕਹਿੰਦੇ ਵੀ ਅਸੀਂ ਉਦੋਂ ਬਾਅਦ ਵਿੱਚ ਜਿੰਨਾ ਚਿਰ ਵੀ ਜਾਂਦੇ ਰਹੇ ਆ ਨਾ, ਉਹਨਾਂ ਚਿਰ ਜੇ ਪਹਿਲਾਂ ਵੀ ਕਿਤੇ ਚਲੇ ਗਏ ਤਾਂ ਬਾਹਰ ਹੀ ਬੈਠੇ ਰਹਿਣਾ, ਅੰਦਰ ਨਹੀਂ ਜਾਣਾ। ਉਸ ਵੇਲੇ ਮੈਂ ਉਹਨਾਂ ਦੀ ਗੱਲ ਨੂੰ ਉਸ ਵੇਲੇ ਮੰਨਣ 'ਚ ਨਹੀਂ ਆਈ, ਮੈਂ ਹਾਂ ਝੂਠ ਹੀ ਮਾਰਨ ਡਿਆ ਏ। ਮੈਂ ਉਹਦੀ ਗੱਲ ਨੂੰ ਸਹੀ ਨਹੀਂ ਮੰਨਿਆ, ਮੈਂ ਸੋਚਿਆ ਇਹ ਗਲਤ ਹੈ, ਝੂਠ ਬੋਲਦੇ ਆ। ਉਹੀ ਗੱਲ ਮੈਂ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲਿਆਂ ਤੋਂ ਸੁਣੀ। ਉਹਨਾਂ ਦੱਸਿਆ ਵੀ ਜਿਹੜੇ ਬਾਬਾ ਬਕਾਲਾ ਸਾਹਿਬ ਬਾਬਾ ਸਾਧੂ ਸਿੰਘ ਸੀ ਨਾ, ਬਾਬੇ ਬਿਸ਼ਨ ਸਿੰਘ ਜੀ ਤੋਂ ਪਹਿਲਾਂ, ਉਹ ਕਹਿੰਦੇ ਵੀ ਉਹਨਾਂ ਦੇ ਕੋਲ ਵੀ ਇਹ ਇੱਕ ਸਿੱਧੀ ਹੈ, ਜਿੱਦਾਂ ਰਿੱਧੀਆਂ ਸਿੱਧੀਆਂ ਕਹਿੰਦੇ ਨਾ, ਉਹਨਾਂ ਇਹ 18 ਸਿੱਧੀਆਂ ਵਿੱਚੋਂ ਕੋਈ ਸਿੱਧੀ ਹੈ। ਇਹ ਬਾਬਾ ਸਾਧੂ ਸਿੰਘ ਜੀ ਦੇ ਕੋਲ ਵੀ ਸੀ। ਬਾਬਾ ਸਾਧੂ ਸਿੰਘ ਜੀ ਬੜੇ ਪੜ੍ਹੇ ਵਿਦਵਾਨ ਸੀਗੇ, ਕਾਸ਼ੀ ਰਹੇ ਸੀਗੇ, ਉਹ ਪੰਡਤਾਂ ਦੀ ਸਭਾ ਵਿੱਚ ਵੀ ਬੈਠ ਲੈਂਦੇ ਸੀਗੇ, ਬੜੇ ਵਿਦਵਾਨ ਮਹਾਨ ਸੀਗੇ। ਉਹ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਆਏ, ਜੋ ਸ਼ਹੀਦ ਬਾਗ ਗੁਰਦੁਆਰਾ ਸਾਹਿਬ ਹੈ, ਉੱਥੇ ਆਰੰਭਤਾ ਪਹਿਲਾਂ ਉਹਨਾਂ ਨੇ ਕੀਤੀ ਆ ਕਰਕੇ। ਉਸ ਤੋਂ ਉਪਰੰਤ ਬਾਅਦ ਵਿੱਚ ਆ ਗਏ ਬਾਬੇ ਬਕਾਲੇ ਸਾਹਿਬ, ਬਾਬਾ ਗੁਰਮੁਖ ਸਿੰਘ ਸਾਹਿਬ ਜੀ ਦੇ ਥਾਂ 'ਤੇ ਜਥੇਦਾਰ ਬਣੇ ਬਾਬਾ ਸਾਧੂ ਸਿੰਘ ਜੀ। ਅਤੇ ਬਾਬੇ ਸਾਧੂ ਸਿੰਘ ਜੀ ਦੇ ਗਾੜੀ ਗੜਵਈ ਜਿਹੜੇ ਸੀਗੇ, ਉਹ ਬਣੇ ਬਾਬਾ ਬਿਸ਼ਨ ਸਿੰਘ ਜੀ ਵਡਾਲੀ।